ਹਾਂਜੀ ਪਹੁੰਚੇ ਤਾਂ ਸਹੀ ਕਹਿੰਦੇ ਪਰ ਉੱਥੇ ਦਿਲ ਨਹੀਂ ਮਿਲੇ ਕਿਸੇ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲੀਆਂ ਇੱਕ ਦੂਜੇ ਨੂੰ ਬੁਲਾਇਆ ਵੀ ਨਹੀਂ ਕਿਸੇ ਨੇ ਨਹੀਂ ਬਿਲਕੁਲ ਸਾਰਿਆਂ ਦੀ ਫਤਿਹ ਦੀ ਸਾਂਝ ਹੋਈ ਆ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸੱਦੇ ਤੇ ਅੱਜ ਜਥੇਬੰਦੀਆਂ ਦਾ ਇਕੱਠ ਸੀਗਾ। ਠੀਕ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ। ਕੋਈ ਵੀ ਸਿੱਖ ਜਾਂ ਕੋਈ ਜਥੇਬੰਦੀ ਜਿਹੜੀ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਮੁਨਕਰ ਨਹੀਂ, ਸਾਰੀਆਂ ਆਪੋ ਆਪਣੇ ਤੌਰ ਤੇ ਸੰਘਰਸ਼ ਕਰ ਰਹੀਆਂ ਨੇ। ਅੱਜ ਅਕਾਲੀ ਦਲਾਂ ਦੇ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਸੰਪਰਦਾਵਾਂ ਦੇ ਮੁਖੀ, ਸੰਤ ਮਹਾਂਪੁਰਸ਼ ਸਾਰੇ ਇੱਥੇ ਬੈਠੇ, ਸਾਰਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਔਰ ਜੋ ਮੈਨੂੰ ਸਮਾਂ ਮਿਲਿਆ ਸੀ ਮੈਂ ਆਪਣੇ ਸਮੇਂ ਦੇ ਅੰਦਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਹਦਾ ਬੜਾ ਸਤਿਕਾਰਤਾ, ਬੜੀ ਪਾਵਰ ਆ। ਉਹ ਪੰਥ ਨੂੰ ਏਕਤਾ ਦੇ ਨਾਲ ਲੈ ਕੇ ਚੱਲਣ ਔਰ ਸ਼੍ਰੋਮਣੀ ਕਮੇਟੀ ਨਿਰਪੱਖ ਫੈਸਲਾ ਕਰੇ। ਜੋ ਪਿਛਲੇ ਸਮੇਂ ਦੇ ਅੰਦਰ ਕੋਈ ਉਣਤਾਈਆਂ ਰਹੀਆਂ ਜਾਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਿਆ ਜਾਵੇ ਔਰ ਪਰਿਵਾਰਵਾਦ ਦੀ ਰਾਜਨੀਤੀ ਚੋਂ ਕੱਢ ਕੇ ਬੰਦੀ ਸਿੰਘਾਂ ਜਿਹੜੇ ਹੈ ਪਰਿਵਾਰਵਾਦ ਜਿਹੜੇ ਬੰਦੀ ਸਿੰਘਾਂ ਨੂੰ ਫੈਸਲੇ ਕੀ ਲਏ ਗਏ ਅੱਜ ਮਤੇ ਪਾਸ ਹੋਏ ਆ ਔਰ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ। ਉਸ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ, ਰਾਜਪਾਲ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੂੰ ਮਿਲਣਾ ਔਰ ਉਹਨਾਂ ਨਾਲ ਮਿਲ ਕੇ ਜਿਹੜਾ ਰਾਬਤਾ ਕਰਨਾ, ਕਾਨੂੰਨੀ ਲੜਾਈ ਲੜਨੀ, ਇਹ ਸਾਰੇ ਜਿਹੜੇ ਸਾਰੀਆਂ ਜਥੇਬੰਦੀਆਂ ਨੇ ਸਹਿਯੋਗ ਦਾ ਜੈਕਾਰਾ ਉੱਥੇ ਛੱਡਿਆ, ਮਤਿਆਂ ਨੂੰ ਪ੍ਰਵਾਨਗੀ ਦਿੱਤੀ ਆ। ਮੈਨੂੰ ਪੂਰੀ ਆਸ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਤੌਰ ਤੇ ਜਦੋਂ ਇਹ ਫੈਸਲਾ ਲੈ ਕੇ ਤੁਰੇਗੀ ਤੇ ਕੋਈ ਵੀ ਸਿੱਖ ਜਿਹੜਾ ਹੈ ਉਹ ਇਸ ਤੋਂ ਪਿੱਛੇ ਨਹੀਂ ਰਹੇਗਾ। ਅਸੀਂ ਨੰਗੇ ਪੈਰੀਂ ਅੰਮ੍ਰਿਤਸਰ ਸਾਹਿਬ, ਨੰਗੇ ਪੈਰੀਂ ਅਕਾਲ ਤਖ਼ਤ ਸਾਹਿਬ ਤੇ ਨੰਗੇ ਪੈਰੀਂ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਾਂਗੇ। ਬਸ ਇੱਕੋ ਹੀ ਸਾਰਿਆਂ ਦਾ ਤੌਖਲਾ ਕਿ ਕਿਸੇ ਪਰਿਵਾਰ ਨੂੰ ਉਭਾਰਨ ਲਈ ਜਾਂ ਕਿਸੇ ਦਲ ਜਾਂ ਧੜੇ ਨੂੰ ਉਭਾਰਨ ਲਈ ਨਾ ਹੋਵੇ। ਇਹ ਪੰਥ ਲਈ, ਕੌਮ ਲਈ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਵਾ ਉਹਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਹੀ ਦੇਖ ਕੇ ਤੇ ਪੂਰਾ ਸੰਘਰਸ਼ ਬਿਲਕੁਲ ਅੱਜ ਸਾਰਿਆਂ ਨੇ ਬੜੇ ਸਮੂਥ ਵਿਚਾਰ ਦਿੱਤੇ, ਏਕਤਾ ਦੇ ਵਿਚਾਰ ਦਿੱਤੇ ਆ ਔਰ ਉਹਨਾਂ ਨੇ ਖੁਦ ਇਸ ਗੱਲ ਦਾ ਅਹਿਸਾਸ ਕੀਤਾ ਕਿ ਜੋ ਪਿਛਲੇ ਸਮੇਂ ਚੋਣਤਾਈਆਂ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਅੱਗੇ ਤੋਂ ਜਿਹੜਾ ਲੈ ਕੇ ਬਹੁਤ ਵਧੀਆ ਕੰਮ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਬਹੁਤ ਮੁੱਦਿਆਂ ਤੇ ਵਧੀਆ ਕੰਮ ਵੀ ਕੀਤੇ ਆ। ਠੀਕ ਹੈ ਜੀ, ਇਹ ਐਵੇਂ ਨਹੀਂ ਆ। ਔਰ ਜੇ ਸਾਡੀ ਇੱਥੇ ਸ਼੍ਰੋਮਣੀ ਕਮੇਟੀ ਹੋਵੇ, ਸਾਡੀ ਸਰਕਾਰ ਹੋਵੇ ਤਾਂ ਹੀ ਸ਼ਹੀਦਾਂ ਦੀ ਯਾਦਗਾਰ ਬਣ ਸਕਦੀ, ਤਾਂ ਹੀ ਸ਼ਹੀਦਾਂ ਨੂੰ ਖਿਤਾਬ ਦਿੱਤੇ ਜਾ ਸਕਦੇ ਆ, ਤਾਂ ਹੀ ਅਕਾਲ ਤਖ਼ਤ ਸਾਹਿਬ ਤੋਂ ਮਹਾਨ ਸਿੱਖ ਦੇ ਜਾਂ ਪੰਥ ਰਤਨ ਦੇ ਉਸ ਤਰ੍ਹਾਂ ਜਿਹੜਾ ਇਹ ਮੁਮਕਿਨ ਨਹੀਂ ਆ। ਪਰ ਇਹਦੇ 'ਚ ਇਹ ਆ ਜਿੱਥੇ ਪੰਥ ਨੂੰ ਵਿਸਾਰਿਆ ਗਿਆ ਜਾਂ ਜਿੱਥੇ ਕਿਤੇ ਉਣਤਾਈਆਂ ਆਈਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਦੂਰ ਕੀਤਾ ਜਾਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕੇਵਲ ਰਾਜ ਭਾਗ ਲਈ ਨਹੀਂ, ਪੰਥ ਨੂੰ ਵੀ ਨਾਲ ਲੈ ਕੇ ਰਾਜ ਭਾਗ ਵੀ ਔਰ ਪੰਥ ਦੇ ਮੁੱਦੇ ਜਿਹੜੇ ਉਹਨਾਂ ਨੂੰ ਵਿਸਾਰ ਕੇ ਜਿਹੜਾ ਉਹ ਨਹੀਂ ਚੱਲਿਆ ਜਾਣਾ। ਇਹੀ ਸਾਰੇ ਬੁਲਾਰਿਆਂ ਨੇ ਵਿਚਾਰ ਦਿੱਤੇ ਔਰ ਇਹੀ ਵਿਚਾਰ ਮੈਂ ਜਿਹੜੇ ਆ ਉਹ ਬੇਨਤੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नहीं वीडियो आ रही है कि थोड़ा नीचे कर पढ़ लेना, मैं पढ़ लेना। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਥਕ ਇਕੱਠ ਬੁਲਾਇਆ ਜਿੱਥੇ ਸਾਰੀ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ ਤੇ ਬੜੀ ਖੁਸ਼ੀ ਹੈ ਕਿ ਅੱਜ ਸਮੁੱਚਾ ਪੰਥ ਇਕੱਠਾ ਹੋਇਆ। ਮੈਂ ਕਹਿ ਸਕਦਾ ਕਿ ਪਿਛਲੇ 30 ਸਾਲਾਂ 'ਚ ਮੈਂ ਐਜਾ ਏਕਤਾ ਦਾ ਗੱਲ ਤੇ ਇਕੱਠ ਦਾ ਮੈਂ ਦੇਖਿਆ ਨਹੀਂ ਜਿਵੇਂ ਅੱਜ ਦੇਖਿਆ। ਜਿਹੜੇ ਲੋਕ ਅੱਜ ਤੱਕ ਇਕੱਠੇ ਨਹੀਂ ਸੀ ਅੱਜ ਇਕੱਠੇ ਇੱਕ ਪਲੇਟਫਾਰਮ ਤੇ ਹੋਏ ਹੈ ਤੇ ਯੂਨੈਨਿਮਸਲੀ ਫੈਸਲਾ ਕੀਤਾ ਸਾਰੀ ਜਥੇਬੰਦੀਆਂ ਨੇ, ਮਹਾਂਪੁਰਖਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਵੱਖ-ਵੱਖ ਅਕਾਲੀ ਦਲ ਜਿਹੜੇ ਬਣੇ ਉਹਨਾਂ ਨੇ ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਅਗਵਾਈ ਥੱਲੇ ਕਮੇਟੀ ਬਣਾ ਕੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਸੰਘਰਸ਼ ਕਰਾਂਗੇ। ਜੋ ਪ੍ਰੋਗਰਾਮ ਆ ਕਮੇਟੀ ਬਣਾਏਗੇ ਅਸੀਂ ਸਾਰੇ ਉਹ ਪ੍ਰੋਗਰਾਮ ਨੂੰ ਮੰਨਾਂਗੇ ਤੇ ਉਹ ਅਸੀਂ ਉਹ ਮਿਸ਼ਨ ਨੂੰ ਕੰਪਲੀਟ ਕਰਾਂਗੇ। ਵਾਸ ਇਟ ਪੋਲੀਟੀਕਲ ਕੰਪਲਸ਼ਨ? ਸੰਘਰਸ਼ ਤਿੱਖਾ ਕੀਤਾ ਜਾਊ ਆਉਣ ਵਾਲੇ ਦਿਨਾਂ ਉਹ ਜਿਹੜਾ ਹੈਗਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਅਗਵਾਈ ਥੱਲੇ ਕਮੇਟੀ ਬਣੂਗੀ। ਹੁਣ ਜਿਹੜੀ ਜੋ ਫੈਸਲਾ ਉਹ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਬਿਆਨ ਦਿੱਤਾ ਤੇ ਵੱਖ-ਵੱਖ ਜਥੇਬੰਦੀਆਂ ਨੇ ਵੀ ਕਿਹਾ ਕਿ ਜੋ ਕਮੇਟੀ ਫੈਸਲਾ ਕਰੂਗੀ, ਜੋ ਆਦੇਸ਼ ਦੇਣਗੇ, ਜੋ ਪ੍ਰੋਗਰਾਮ ਦੇਣਗੇ, ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ। ਦੇਖੋ 27 ਸਾਲ ਹੋ ਗਈ, 32 ਸਾਲ ਇੱਕ ਆਪਣੇ ਸਿੰਘ ਨੂੰ 32 ਸਾਲ ਹੋ ਗਏ ਜੇਲ੍ਹ 'ਚ। 8 ਫੁੱਟ 4 ਫੁੱਟ ਦੇ ਸੈੱਲ ਵਿੱਚ 32 ਸਾਲ ਰਹਿਣਾ ਕਿੰਨਾ ਔਖਾ ਹੈ। ਇੱਕ ਦਿਨ ਪਰੋਲ ਨਹੀਂ ਮਿਲੀ। ਇਹ ਜੀ ਬੇਇਨਸਾਫੀ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ 'ਚ ਨਹੀਂ ਹੈ। ਕੀ ਪੋਲੀਟੀਕਲ ਕੰਪਲਸ਼ਨ ਸੀ? ਕੋਈ ਪੋਲੀਟੀਕਲ ਕੰਪਲਸ਼ਨ ਨਹੀਂ ਹੈ।
ਆ ਇੱਕ ਸ਼੍ਰੋਮਣੀ ਅਕਾਲੀ ਦਲ ਪਹਿਲੇ ਵੀ ਲਗਾਤਾਰ ਸੰਘਰਸ਼ ਕਰਦਾ ਰਿਹਾ। ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਭਾਈ ਰਾਜੋਆਣਾ ਸਾਹਿਬ ਦੀ ਜਦੋਂ ਫਾਂਸੀ ਦਾ ਹੁਕਮ ਆਇਆ ਉਦੋਂ ਅਸੀਂ ਉਹ ਜਿਹੜਾ ਮਗਰ ਸੰਘਰਸ਼ ਕਰਕੇ ਔਰ ਫਾਂਸੀ ਦਾ ਹੁਕਮ ਰੁਕਵਾਇਆ। ਰਾਸ਼ਟਰਪਤੀ ਨੂੰ ਮਿਲੇ, ਪ੍ਰਧਾਨ ਮੰਤਰੀ ਮਿਲੇ। ਉਵੇਂ ਹੀ ਆਪਣੇ ਪ੍ਰੋਫੈਸਰ ਭੁੱਲਰ ਸਾਹਿਬ ਦੀ ਜੋ ਗੱਲ ਆਈ ਉਦੋਂ ਉਹਨਾਂ ਦੀ ਲੜਾਈ ਵੀ ਅਸੀਂ ਲੜੀ। ਸੋ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੜਦਾ ਰਿਹਾ। ਪਰ ਵੱਡੀ ਗੱਲ ਇੱਕ ਐਕਤੀ ਹੋਈ ਹੈ ਕਿ ਸਾਰੀ ਕੌਮ, ਸਾਰੀਆਂ ਜਥੇਬੰਦੀਆਂ ਇੱਕ ਝੰਡੇ ਦੇ ਲਈ ਇਕੱਠੇ ਹੋ ਗਈਆਂ। ਮੈਂ ਹੋਰ ਵੀ ਗੱਲ ਕਰਦਾ, ਜਿਸ ਮਾਹੌਲ ਨਾਲ ਗੱਲ ਹੋਈ, ਐ ਜਿਸ ਪਿਆਰ ਨਾਲ ਗੱਲ ਹੋਈ, ਐ ਲੱਗਦਾ ਹੀ ਨਹੀਂ ਸੀ ਕੋਈ ਤਣਾਅ ਪੁਰਾਣਾ ਹੈ ਜਾਂ ਨਹੀਂ। ਤੋ ਇਸ ਕਰਕੇ ਮੈਂ ਧੰਨਵਾਦ, ਮੈਂ ਸਹੀ ਕਹਿਣਾ, ਪਰਮਾਤਮਾ ਦੀ ਅੱਜ ਮਿਹਰ ਹੋਈ ਹੈ। ਪਰਮਾਤਮਾ ਦੇ ਪਹਿਲਾਂ ਆਸ਼ੀਰਵਾਦ ਨਾਲ ਅੱਜ ਬੰਦੀ ਸਿੱਖ ਅਸੀਂ ਰਿਹਾ ਕਰਕੇ ਬਾਹਰ ਨਿਕਲੇ। ਬਾਦਲ ਸਾਹਿਬ ਮੈਨੂੰ ਯਾਦ ਹੈ ਕਿ ਜੋ ਤੁਹਾਡੀ ਗਵਰਨਮੈਂਟ ਸੀਗੀ ਤੁਸੀਂ ਕਾਫੀ ਅੱਜ ਕਿਸੇ ਦੇ ਮਨ ਦੇ ਵਿੱਚ ਖਟਾਸ ਬਹੁਤ ਐਫਰਟਸ ਕੀਤੀਆਂ, ਅੱਜ ਕਿਸੇ ਦੇ ਮਨ ਦੇ ਵਿੱਚ ਕਿੱਥੇ ਰਹਿ ਗਈ ਬਾਦਲ ਸਾਹਿਬ, ਕਮੀ ਕਿੱਥੇ ਰਹਿ ਗਈ ਬਾਦਲ ਸਾਹਿਬ, ਕਮੀ ਥੈਂਕ ਯੂ। ਵਿਰੋਧ ਕੀਤਾ ਗਿਆ ਜੀ। ਅੱਜ ਸਿੱਖ ਕੌਮ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ ਬੰਦੀ ਸਿੰਘ ਹਕੂਮਤ ਨੇ 30 ਸਾਲ ਤੋਂ ਅੰਦਰ ਕੀਤੇ ਗਏ ਹੈ ਉਹਨਾਂ ਨੂੰ ਹੁਣ ਆਪਾਂ ਨੇ ਜ਼ਰੂਰ ਕਢਾਉਣਾ ਹੈ। ਬੇਸ਼ੱਕ ਮੋਰਚਾ ਲੱਗ ਜੇ ਜਾਂ ਹਕੂਮਤ ਸੁਲ੍ਹਾ ਦੇ ਨਾਲ ਸਾਰਿਆਂ ਨੂੰ ਰਿਹਾ ਕਰਾ ਦੇ। ਕਿਉਂ ਕਰਕੇ ਅੱਜ ਸਿੱਖ ਪੁੱਛ ਰਹੇ ਹੈ ਕਿ ਜੇ ਆਜ਼ਾਦੀ ਦੇ ਲਈ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਤੇ ਫਿਰ ਸਿੱਖ ਦੀ ਸੁਣਾਈ ਕਿਉਂ ਨਹੀਂ ਹੋ ਰਹੀ। ਇਹ ਸਾਡੇ ਦਿਲਾਂ ਦੇ ਵਿੱਚ ਗੱਲ ਪਾਉਂਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜੇ ਹਿੰਦੂਤਵਾ ਸਾਨੂੰ ਹੁਣ ਨਹੀਂ ਨਾਲ ਰੱਖਣਾ ਚਾਹੁੰਦੀ ਫਿਰ SGPC ਦਾ ਇਸੇ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 1986 ਦਾ ਖਾਲਿਸਤਾਨ ਦਾ ਮਤਾ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀਗਾ। ਤੇ ਅੱਜ ਮੈਂ ਹਾਊਸ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਫਿਰ ਤੋਂ ਸੁਰਜੀਤ ਕੀਤਾ ਜਾਵੇ ਕਿਉਂ ਕਰਕੇ ਸਾਡੀ ਜ਼ਿੰਦਗੀ ਅੱਜ ਹਰਾਮ ਦੀ ਹੈ। ਜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਤਾਂ ਅਸੀਂ ਮੁਸਲਮਾਨ ਦੇ ਗੁਲਾਮ ਹੈ, ਜੇ ਅਸੀਂ ਇੰਡੀਆ ਦੇ ਵਿੱਚ ਹੈ ਤੇ ਅਸੀਂ ਹਿੰਦੂ ਦੇ ਗੁਲਾਮ ਹੈ। ਅਸੀਂ ਆਪਣੀਆਂ ਗੁਲਾਮੀ ਦੀਆਂ ਜਿਹੜੀਆਂ ਚਿੰਨ੍ਹ ਹੈ ਇਹਨਾਂ ਨੂੰ ਤੋੜ ਦੇਣਾ ਚਾਹੁੰਦੇ ਹਾਂ ਔਰ ਆਜ਼ਾਦ ਹੋਣਾ ਚਾਹੁੰਦੇ ਹਾਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਮੁੰਦਰੀ ਹਾਲ ਦੇ ਵਿੱਚ ਤਸਵੀਰ ਵੱਡੀ ਪੇਂਟਿੰਗ ਜ਼ਰੂਰ ਲੱਗਣੀ ਚਾਹੀਦੀ ਹੈ। ਤੇ 1925 ਦੇ ਵਿੱਚ SGPC ਸਥਾਪਤ ਕਾਨੂੰਨ ਦੇ ਰਾਹੀਂ ਹੋਈ ਸੀਗੀ। ਇਹਦੇ ਇਲੈਕਸ਼ਨ ਹਰੇਕ 5 ਸਾਲ ਤੋਂ ਬਾਅਦ ਹੋਣੇ ਚਾਹੀਦੇ ਹੈ, ਪਰ 11 ਸਾਲ ਜੇ ਤਾਂ ਤੂੰ ਬੋਲਣਾ ਮੈਂ ਬੋਲ। ਗਿਆਤੀ ਸਿੰਘਾਂ ਦੀ ਗੱਲ ਕਰ ਰਹੇ ਜਿਨ੍ਹਾਂ ਦੀ ਅੱਜ ਆਪਾਂ ਮੀਟਿੰਗ ਕੀਤੀ, ਉਹਦੇ ਬਾਰੇ ਅਗਲੀ ਰਣਨੀਤੀ ਕੀਤੀ ਗਈ ਹੈ ਜੀ। ਯਾਰ ਪ੍ਰਮੋਦ ਕੀਤੀ ਜੇ ਨਹੀਂ ਮੇਰੀ ਗੱਲ ਸੁਣਨੀ ਤਾਂ ਆਪਾਂ SGPC ਦੀ ਗੱਲ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਪੁੱਛ ਲਿਓ। ਹਾਂ, SGPC ਕਾਨੂੰਨ ਦੇ ਰਾਹੀਂ 1925 ਦੇ ਵਿੱਚ ਸਥਾਪਿਤ ਹੋਈ ਸੀ ਤੇ ਇਹਦੀਆਂ ਇਲੈਕਸ਼ਨਾਂ ਹਰੇਕ 5 ਸਾਲ ਤੋਂ ਹੁੰਦੀਆਂ, ਪਰ ਸੈਂਟਰ ਨੇ 11 ਸਾਲ ਤੋਂ ਸਿੱਖ ਕੌਮ ਦੀ ਜਮਹੂਰੀਅਤ ਦੇ ਉੱਤੇ ਛਾਪਾ ਮਾਰਿਆ ਹੋਇਆ ਹੈ ਤੇ ਸਾਡੀ SGPC ਦੇ ਇਲੈਕਸ਼ਨਸ ਨਹੀਂ ਹੁੰਦੇ। ਅਸੀਂ ਸਿੱਖ ਸਮਝਦੇ ਹਾਂ ਕਿ ਜਮਹੂਰੀਅਤ ਜਿਹੜੀ ਚੀਜ਼ ਹੈ, ਜੋ ਸਾਡਾ ਇੱਕ ਅੰਗ ਹੈ ਸਿੱਖਾਂ ਦਾ, ਉਹਦੀ ਖੁਰਾਕ ਹੈ ਇਲੈਕਸ਼ਨਸ। ਤੇ ਸਾਨੂੰ ਜਮਹੂਰੀਅਤ ਵੱਲੋਂ ਹਿੰਦ ਹਕੂਮਤ ਨੇ ਵਾਂਝਾ ਕਿਉਂ ਕੀਤਾ ਗਿਆ? ਹੁਣ ਤੁਸੀਂ ਪੁੱਛੋ ਕੀ ਕਰਨਾ।
ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਦੀ ਇਕੱਤਰਤਾ ਸੀ, ਅਗਲੀ ਰਣਨੀਤੀ ਕੀ ਤੈਅ ਕੀਤੀ ਗਈ ਹੈ ਜੀ? ਇਹ ਤਾਂ ਉੱਥੇ ਮਤੇ ਪਾਸ ਕੀਤੇ ਗਏ ਆ, ਉਹ ਦੇਖ ਲਿਓ ਜਾ ਨਹੀਂ ਉੱਥੇ ਤੁਸੀਂ ਮਤੇ ਤਾਂ ਪੜ੍ਹ ਲਏ ਸਾਰੇ। ਜਦੋਂ ਰਮਾਇਣ ਸੁਣਾਈ ਗਈ ਹੈ ਹੁਣ ਤੁਸੀਂ ਪੁੱਛਦੇ ਹੋ ਸੀਤਾ ਕੌਣ ਹੈ, ਥੋੜੀ ਜਿਹੀ ਆਪ ਵੀ ਖੋਜ ਕਰ ਲਓ, ਮਤੇ ਪੜ੍ਹੇ ਗਏ ਆ। ਮਾਨ ਸਾਹਿਬ ਅੰਦਰ ਮੀਡੀਆ ਨੂੰ ਨਹੀਂ ਅਲਾਉ ਕੀਤਾ ਗਿਆ, ਸਰ ਮੀਡੀਆ ਅੰਦਰ ਨਹੀਂ ਗਿਆ ਸੀ, ਇਸ ਲਈ ਪੁੱਛਿਆ ਕਿ ਮੀਡੀਆ 'ਚ ਕੀ ਫੈਸਲੇ ਕੀਤੇ ਗਏ? ਇਹੀ ਫੈਸਲੇ ਕੀਤੇ ਗਏ ਆ ਚੜ੍ਹਦੀ ਕਲਾ ਦੀ ਤੇ ਬੰਦੀਆਂ ਨੂੰ ਛੁਡਾਉਣ ਦੇ ਲਈ। ਮੋਰਚਾ ਵੀ ਲੱਗ ਸਕਦਾ ਹੈ, ਸਾਰਾ ਕੁਝ ਹੋ ਸਕਦਾ ਹੈ, ਪਰ ਹੁਣ ਬੰਦੀ ਛੁੱਟਣੇ ਚਾਹੀਦੇ ਹੈ, ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ, ਜਿਵੇਂ ਸਰਸੇ ਸਾਧ ਰਾਮ ਰਹੀਮ ਨੂੰ ਵੀ ਮਿਲੀ, ਜਿਹਨੇ ਜਬਰ ਜਨਾਹ ਕੀਤਾ ਹੈ, ਕਤਲ ਕੀਤੇ ਹੈ, ਤੇ ਸਾਡੇ ਸਿੱਖਾਂ ਨੇ ਇਹੋ ਜਿਹਾ ਕੰਮ ਨਹੀਂ ਕੋਈ ਕੀਤਾ ਹੈਗਾ। ਉਹਨਾਂ ਨੇ ਆਪਣੇ ਦੇਸ਼ ਸਿੱਖ ਦੀ ਸੇਵਾ ਕੀਤੀ ਹੈ। ਠੀਕ ਹੈ ਜੀ, ਥੈਂਕ ਯੂ। ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ 1984 ਤੋਂ ਬਾਅਦ ਜਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਦੇ ਨਾਲ ਢਾਇਆ ਗਿਆ ਔਰ ਦਿੱਲੀ ਦੇ ਵਿੱਚ ਉਹਨਾਂ ਬੇਕਸੂਰੇ ਸਿੱਖਾਂ ਦੇ ਉੱਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਉਸ ਸਿੱਖ ਤੜਫ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਵੀਰ ਸੀਗੇ ਉਹ ਇਸ ਸੰਘਰਸ਼ ਦੇ ਵਿੱਚ ਸਰਗਰਮ ਹੋਏ, ਜਿਨ੍ਹਾਂ ਦਾ ਕੋਈ ਜਾਤੀ ਹਿੱਤ ਨਹੀਂ ਸੀ, ਨਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਸੀ, ਪਰ ਕਿਉਂਕਿ ਬਹੁਤ ਵੱਡਾ ਇੱਕ ਹਮਲਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇਸ ਆਜ਼ਾਦ ਭਾਰਤ ਦੇ ਵਿੱਚ, ਤੇ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਨੌਜਵਾਨ ਸਾਡੇ ਕੁਝ ਝੂਠੇ ਕੇਸਾਂ ਦੇ ਵਿੱਚ ਉਹ ਸਾਰੇ ਨਜਾਇਜ਼ ਫਸਾ ਕੇ ਅਦਾਲਤਾਂ ਪਰੋਂ ਉਹਨਾਂ ਨੂੰ ਕਿਸੇ ਨੂੰ ਉਮਰ ਕੈਦ, ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਉਹਨਾਂ ਦੇ ਵਿੱਚ ਸਾਡੇ ਲਗਭਗ 22 ਸਿੱਖ ਕੈਦੀ, ਜਿਨ੍ਹਾਂ ਦੇ ਵਿੱਚ 9 ਉਹ ਆ ਜਿਹੜੇ 25 ਤੋਂ ਲੈ ਕੇ 32-33 ਸਾਲ ਦੀ ਕੈਦ ਦੇ ਵਿੱਚ ਬੰਦ ਪਏ, ਔਰ ਸਮੁੱਚੇ ਪੰਥ ਨੇ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ, ਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ, ਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ, ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ, ਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨੇ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ, ਜਿਹੜੀ ਇਹਨਾਂ ਦੇ ਰਿਹਾ ਕਰਾਉਣ ਦਾ ਵੀ ਯਤਨ ਕਰੇ, ਤੇ ਵੱਖ-ਵੱਖ ਤੌਰ ਤੇ ਚਾਹੇ ਉਹ ਕਾਨੂੰਨ ਦਾ ਪਹਿਲੂ ਆ ਤੇ चाहे कोई और रास्ता अख्तियार करना पवे वो करे। प्रॉपर्टी बेचने और खरीदने के लिए संपर्क करें फेयर डील प्रॉपर्टीज।